ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਲਵੇ ਦੀ ਕਲਮ। ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ। ਗੁਰੂ ਸਾਹਿਬਾਨਾਂ ਜੀ ਦੇ ਇਤਿਹਾਸ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਚੈਨਲ ਮਾਲਵੇ ਦੀ ਕਲਮ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਜੋ ਚੈਨਲ 'ਤੇ ਆਉਣ ਵਾਲੀ ਨਵੀਂ ਅਪਡੇਟ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ। ਆਓ ਹੁਣ ਆਪਾਂ ਚੱਲਦੇ ਹਾਂ ਗੁਰੂ ਰਾਮਦਾਸ ਜੀ ਦੇ ਇਤਿਹਾਸ ਵੱਲ। ਭਾਈ ਜੇਠਾ ਜੀ ਯਾਨੀ ਕਿ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਦੀ ਸਵੇਰ ਨੂੰ ਚੂਨਾ ਮੰਡੀ ਲਾਹੌਰ ਵਿੱਚ ਇੱਕ ਖੱਤਰੀ ਜਾਤੀ ਦੇ ਸੋਢੀ ਗੋਤਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਆਪ ਜੀ ਦੇ ਪਿਤਾ ਹਰੀ ਦਾਸ ਅਤੇ ਮਾਤਾ ਜੀ ਦਾ ਨਾਮ ਅਨੂਪ ਦੇਵੀ ਸੀ, ਜਿਨ੍ਹਾਂ ਨੂੰ ਦਇਆ ਕੌਰ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਦੋਵੇਂ ਬਹੁਤ ਹੀ ਧਾਰਮਿਕ ਸਨ। ਉਹਨਾਂ ਦੇ ਨਾਨਾ ਠਾਕੁਰ ਦਾਸ ਸਨ, ਜੋ ਮਸ਼ਹੂਰ ਸਨ ਅਤੇ ਚੂਨਾ ਮੰਡੀ ਵਿੱਚ ਇੱਕ ਦੁਕਾਨਦਾਰ ਵਜੋਂ ਕੰਮ ਕਰਦੇ ਸਨ। ਉਹਨਾਂ ਦੀ ਦਾਦੀ ਦਾ ਨਾਮ ਜਸਵੰਤੀ ਸੀ ਅਤੇ ਉਹਨਾਂ ਦੇ ਪੜਦਾਦਾ ਜੀ ਗੁਰਦਿਆਲ ਸੋਢੀ ਸਨ। ਉਹਨਾਂ ਦੇ ਪਿਤਾ ਹਰੀ ਦਾਸ ਨੂੰ ਦੁਕਾਨਦਾਰ ਦਾ ਕਿੱਤਾ ਉਹਨਾਂ ਦੇ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ ਸੀ। ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਨੇ ਉਹਨਾਂ ਦੇ ਜਨਮ ਤੋਂ ਲਗਭਗ 12 ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਉਹਨਾਂ ਦਾ ਜੇਠਾ ਨਾਮ ਇਸ ਕਰਕੇ ਰੱਖਿਆ ਗਿਆ ਕਿਉਂਕਿ ਉਹ ਆਪਣੇ ਭੈਣ ਭਰਾ ਨਾਲੋਂ ਵੱਡੇ ਸਨ। ਉਹਨਾਂ ਦਾ ਹਰਦਿਆਲ ਨਾਮ ਦਾ ਇੱਕ ਭਰਾ ਅਤੇ ਰਾਮਦਾਸੀ ਨਾਮ ਦੀ ਇੱਕ ਭੈਣ ਸੀ। ਆਪ ਦੀ ਉਮਰ ਹਜੇ 7.5 ਸਾਲ ਦੀ ਸੀ ਕਿ ਆਪ ਦੇ ਪਿਤਾ ਬਾਬਾ ਹਰੀ ਦਾਸ ਚਲਾਣਾ ਕਰ ਗਏ। ਇਸ ਮਗਰੋਂ ਆਪ ਦੇ ਮਾਤਾ ਜੀ ਆਪ ਨੂੰ ਪਿੰਡ ਬਾਸਰ ਕੇ ਗਿੱਲਾਂ ਲੈ ਗਏ। ਆਪ ਨੇ ਅਗਲੇ 3-4 ਸਾਲ ਬਾਸਰ ਕੇ ਗਿੱਲਾਂ ਵਿੱਚ ਹੀ ਬਿਤਾਏ। ਬਾਸਰ ਕੇ ਗਿੱਲਾਂ ਇਤਫਾਕ ਨਾਲ ਗੁਰੂ ਅਮਰਦਾਸ ਜੀ ਦਾ ਜੱਦੀ ਪਿੰਡ ਸੀ। ਭਾਈ ਜੇਠਾ ਜੀ ਦੀ ਦਾਦੀ ਇੱਕ ਬੇਸਹਾਰਾ ਔਰਤ ਸੀ, ਜਿਸ ਨੂੰ 3 ਅਨਾਥ ਭੈਣ ਭਰਾਵਾਂ ਦੀ ਪਰਵਰਿਸ਼ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜੇਠਾ ਜੀ ਨੇ ਲਗਭਗ 9 ਸਾਲ ਦੀ ਉਮਰ ਵਿੱਚ ਰੋਜੀ ਰੋਟੀ ਕਮਾਉਣ ਲਈ ਬਾਸਰਕੇ ਦੇ ਬਾਜ਼ਾਰ ਵਿੱਚ ਉਬਲੇ ਕਾਲੇ ਛੋਲੇ, ਜਿਨ੍ਹਾਂ ਨੂੰ ਘੁੱਗੀਆਂ ਵਜੋਂ ਵੀ ਜਾਣਿਆ ਜਾਂਦਾ ਹੈ, ਅਤੇ ਉਬਲੀ ਕਣਕ ਵੇਚੀ। ਭਾਈ ਜੇਠਾ ਜੀ ਜਦੋਂ ਵੀ ਪਵਿੱਤਰ ਮਹਾਂਪੁਰਸ਼ਾਂ ਨੂੰ ਮਿਲਦੇ ਤਾਂ ਉਹ ਆਪਣਾ ਭੋਜਨ ਉਹਨਾਂ ਵਿੱਚ ਮੁਫਤ ਵੰਡ ਦਿੱਤੇ। ਅਜਿਹਾ ਕਰਨ ਲਈ ਉਹਨਾਂ ਦੀ ਦਾਦੀ ਉਹਨਾਂ ਨੂੰ ਤਾੜਨਾ ਕਰਦੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਅਮਰਦਾਸ ਬਾਸਰਕੇ ਨੂੰ ਆਏ ਤਾਂ ਉਹ ਨੌਜਵਾਨ ਭਾਈ ਜੇਠਾ ਜੀ ਨੂੰ ਮਿਲੇ। ਗੁਰੂ ਅਮਰਦਾਸ ਜੀ ਨੇ ਨੌਜਵਾਨ ਭਾਈ ਜੇਠਾ ਵਿੱਚ ਜੋ ਗੁਣ ਦੇਖੇ, ਉਹਨਾਂ ਨੂੰ ਉਹ ਪਸੰਦ ਆ ਗਏ। ਉਹਨਾਂ ਨੇ ਦੇਖਿਆ ਕਿ ਉਹ ਛੋਟੀ ਉਮਰ ਵਿੱਚ ਆਪਣੀ ਬਜ਼ੁਰਗ ਦਾਦੀ ਦਾ ਸਾਥ ਦੇ ਰਿਹਾ ਹੈ ਅਤੇ ਉਹ ਡੂੰਘਾਈ ਨਾਲ ਅਧਿਆਤਮਿਕ ਜੀਵਨ ਬਤੀਤ ਕਰ ਰਿਹਾ ਹੈ। ਗੁਰੂ ਅਮਰਦਾਸ ਜੀ ਇਸ ਤਰ੍ਹਾਂ ਕਈ ਵਾਰ ਭਾਈ ਜੇਠਾ ਜੀ ਨੂੰ ਮਿਲੇ। ਗੁਰੂ ਅਮਰਦਾਸ ਜੀ ਬਾਸਰਕੇ ਤੋਂ ਬਾਅਦ ਖਡੂਰ ਲਈ ਰਵਾਨਾ ਹੋ ਜਾਂਦੇ ਸਨ, ਜਿੱਥੇ ਉਹਨਾਂ ਦਾ ਗੁਰੂ ਅੰਗਦ ਦੇਵ ਵਸਿਆ ਹੋਇਆ ਸੀ। ਭਾਈ ਜੇਠਾ ਜੀ ਨੇ ਵੀ ਖਡੂਰ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ। ਗੁਰੂ ਅਮਰਦਾਸ ਜੀ ਉਸ ਸਮੇਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਰਹਿ ਰਹੇ ਸਨ। ਭਾਈ ਜੇਠਾ ਜੀ 1546 ਈਸਵੀ ਵਿੱਚ ਖਡੂਰ ਸਾਹਿਬ ਗਏ। ਗੁਰੂ ਅੰਗਦ ਦੇਵ ਜੀ ਦੀਆਂ ਸੰਗਤਾਂ ਵਿੱਚ
ਹਾਜ਼ਰ ਹੋਏ ਅਤੇ ਗੁਰੂ ਅਮਰਦਾਸ ਜੀ ਲਈ ਬਹੁਤ ਪਿਆਰ ਪੈਦਾ ਕੀਤਾ। ਭਾਈ ਜੇਠਾ ਜੀ ਅਕਸਰ ਖਡੂਰ ਸਾਹਿਬ ਦੇ ਸਥਾਨਕ ਲੰਗਰ ਵਿੱਚ ਹਿੱਸਾ ਲੈਂਦੇ ਸਨ। ਗੁਰੂ ਅਮਰਦਾਸ ਜੀ 1552 ਵਿੱਚ ਗੋਇੰਦਵਾਲ ਵਿੱਚ ਵਸ ਗਏ ਅਤੇ ਭਾਈ ਜੇਠਾ ਜੀ ਵੀ ਉਹਨਾਂ ਦੀ ਨਗਰੀ ਵਿੱਚ ਚਲੇ ਗਏ। ਆਪਣਾ ਜ਼ਿਆਦਾਤਰ ਸਮਾਂ ਉਹ ਗੁਰੂ ਦੇ ਦਰਬਾਰ ਵਿੱਚ ਬਿਤਾਉਂਦੇ ਸਨ। ਗੋਇੰਦਵਾਲ ਵਿਖੇ ਜੇਠਾ ਜੀ ਦੀਆਂ ਗਤੀਵਿਧੀਆਂ ਵਿੱਚੋਂ ਇੱਕ ਇਹ ਯਕੀਨੀ ਬਣਾਉਣਾ ਸੀ ਕਿ ਲੰਗਰ ਵਿੱਚ ਵਰਤੇ ਜਾਣ ਵਾਲੇ ਭਾਂਡਿਆਂ ਦੀ ਸੇਵਾ ਉਹ ਆਪ ਖੁਦ ਕਰਨ। ਉਹਨਾਂ ਨੂੰ ਲੰਗਰ ਵਿੱਚ ਪੀਣ ਵਾਲੇ ਪਾਣੀ ਦੀ ਸੇਵਾ ਕਰਨ ਦੀ ਭੂਮਿਕਾ ਵੀ ਸੌਂਪੀ ਗਈ ਅਤੇ ਪੰਗਤ ਨਾਲ ਸੰਬੰਧਿਤ ਹੋਰ ਵਾਧੂ ਡਿਊਟੀਆਂ ਉਹਨਾਂ ਨੂੰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਉਹਨਾਂ ਨੇ ਪਾਣੀ ਦੀ ਟੈਂਕੀ ਦੇ ਨਿਰਮਾਣ ਵਿੱਚ ਸਹਾਇਤਾ ਲਈ ਖੁਦਾਈ ਦੇ ਕੰਮ ਵਿੱਚ ਬਹੁਤ ਮਦਦ ਕੀਤੀ। ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਨਾਲ ਧਾਰਮਿਕ ਯਾਤਰਾਵਾਂ 'ਤੇ ਜਾ ਕੇ ਬਹੁਤ ਸਮਾਂ ਬਿਤਾਇਆ। ਗੁਰੂ ਅਮਰਦਾਸ ਜੀ ਦੀ ਸਰਪ੍ਰਸਤੀ ਹੇਠ ਭਾਈ ਜੇਠਾ ਜੀ ਨੇ ਉੱਤਰੀ ਭਾਰਤੀ ਸੰਗੀਤਕ ਪਰੰਪਰਾ ਵਿੱਚ ਸਿੱਖਿਆ ਪ੍ਰਾਪਤ ਕੀਤੀ। ਗੁਰੂ ਬਣਨ ਤੋਂ ਪਹਿਲਾਂ ਭਾਈ ਜੇਠਾ ਜੀ ਨੇ ਮੁਗਲ ਦਰਬਾਰ ਵਿੱਚ ਗੁਰੂ ਅਮਰਦਾਸ ਦੀ ਨੁਮਾਇੰਦਗੀ ਕੀਤੀ। ਗੋਇੰਦਵਾਲ ਦੇ ਆਸ-ਪਾਸ ਰਹਿਣ ਵਾਲੇ ਸਥਾਨਕ ਨਿਵਾਸੀਆਂ, ਖਾਸ ਕਰਕੇ ਬ੍ਰਾਹਮਣ, ਨੇ ਲਾਹੌਰ ਦੀ ਸਥਾਨਕ ਮੁਗਲ ਸਰਕਾਰ ਨੂੰ ਗੋਇੰਦਵਾਲ ਵਿਖੇ ਸਿੱਖਾਂ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤ ਦਰਜ ਕਰਵਾਈ। ਸਥਾਨਕ ਨਿਵਾਸੀਆਂ ਨੇ ਸਿੱਖ ਪਰੰਪਰਾ ਨੂੰ ਮੁਫਤ ਲੰਗਰ ਚਲਾਉਣ, ਪਰੰਪਰਾਗਤ ਵਿਸ਼ਵਾਸਾਂ ਅਤੇ ਪ੍ਰਥਾਵਾਂ ਨੂੰ ਤਿਆਗਣ ਅਤੇ ਜਾਤੀ ਵੰਡ ਅਤੇ ਸ਼੍ਰੇਣੀ ਨੂੰ ਮਾਨਤਾ ਨਾ ਦੇਣ ਬਾਰੇ ਸ਼ਿਕਾਇਤ ਅਤੇ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਨੇ ਆਪਣੀ ਤਰਫੋਂ ਭਾਈ ਜੇਠਾ ਜੀ ਨੂੰ ਮੁਗਲ ਦਰਬਾਰ ਵਿੱਚ ਆਪਣਾ ਪ੍ਰਤੀਨਿਧੀ ਬਣਾ ਕੇ ਭੇਜਿਆ। ਭਾਈ ਜੇਠਾ ਜੀ ਨੇ ਬਾਦਸ਼ਾਹ ਅਕਬਰ ਨਾਲ ਮੁਲਾਕਾਤ ਕੀਤੀ ਅਤੇ ਸਿਰਫ ਇਹ ਦਲੀਲ ਦਿੱਤੀ ਕਿ ਸਿੱਖ ਧਰਮ ਦੀ ਨਜ਼ਰ ਵਿੱਚ ਸਾਰੀ ਮਨੁੱਖ ਜਾਤੀ ਬਰਾਬਰ ਹੈ। ਇਹ ਜਵਾਬ ਸੁਣ ਅਕਬਰ ਬਾਦਸ਼ਾਹ ਬਹੁਤ ਖੁਸ਼ ਹੋਇਆ ਅਤੇ ਉਸਨੇ ਸਿੱਖਾਂ ਵਿਰੁੱਧ ਕੀਤੀਆਂ ਸ਼ਿਕਾਇਤਾਂ ਨੂੰ ਖਾਰਜ ਕਰ ਦਿੱਤਾ। ਭਾਈ ਜੇਠਾ ਦੀ ਸ਼ਖਸੀਅਤ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੇ ਇਖਲਾਕ, ਉਹਨਾਂ ਦੀ ਸੇਵਾ ਭਾਵਨਾ ਅਤੇ ਉਹਨਾਂ ਦੀ ਸੂਝ-ਬੂਝ ਵੇਖ ਕੇ ਗੁਰੂ ਅਮਰਦਾਸ ਸਾਹਿਬ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ 16 ਫਰਵਰੀ 1554 ਦੇ ਦਿਨ ਆਪ ਨਾਲ ਕੀਤਾ। ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਦੀ ਧਰਮ ਪਤਨੀ ਮਾਤਾ ਮਨਸਾ ਦੇਵੀ ਦੁਆਰਾ ਨਿੱਜੀ ਤੌਰ 'ਤੇ ਉਹਨਾਂ ਦੀ ਪਵਿੱਤਰ ਸ਼ਖਸੀਅਤ ਦੇ ਕਾਰਨ ਬੀਬੀ ਭਾਨੀ ਲਈ ਚੁਣਿਆ ਸੀ। ਭਾਈ ਜੇਠਾ ਜੀ ਦੇ ਘਰ 1558 ਵਿੱਚ ਵੱਡੇ ਪੁੱਤਰ ਪ੍ਰਿਥੀ ਚੰਦ, 1560 ਵਿੱਚ ਦੂਜੇ ਪੁੱਤਰ ਮਹਾਦੇਵ ਅਤੇ 15 ਅਪ੍ਰੈਲ 1563 ਦੇ ਦਿਨ ਗੁਰੂ ਅਰਜਨ ਸਾਹਿਬ ਨੇ ਜਨਮ ਲਿਆ। ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਨਾਲ ਆਪਣੇ ਸਹੁਰੇ ਪਰਿਵਾਰ ਵਿੱਚ ਹੀ ਰਹਿੰਦੇ ਸਨ। ਇਸ ਕਰਕੇ ਭਾਈ ਜੇਠਾ ਜੀ ਦੇ ਪਰਿਵਾਰ ਵਾਲੇ ਅਕਸਰ ਇਸ ਗੱਲ ਦਾ ਵਿਰੋਧ ਕਰਦੇ ਸਨ ਕਿ ਉਹ ਆਪਣੇ ਸਹੁਰੇ ਘਰ ਰਹਿ ਕੇ ਕੰਮ ਕਰਦਾ ਹੈ। ਗੁਰੂ ਅਮਰਦਾਸ ਜੀ ਨੇ ਇਹ ਫੈਸਲਾ ਕਰਨ ਲਈ ਇੱਕ ਪ੍ਰੀਖਿਆ ਤਿਆਰ ਕੀਤੀ ਕਿ ਉਹਨਾਂ ਦੇ ਦੋ ਜਵਾਈ ਰਾਮੋ ਅਤੇ ਭਾਈ ਜੇਠਾ ਜੀ ਵਿੱਚੋਂ ਕੌਣ ਉਹਨਾਂ ਦਾ ਉੱਤਰਾਧਿਕਾਰੀ ਬਣਨ ਦੇ ਯੋਗ ਹੈ। ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇੱਕ ਪਲੰਗ ਬਣਾਉਣ ਲਈ ਬੇਨਤੀ ਕੀਤੀ ਜੋ ਸਿੱਖ ਗੁਰੂ ਦੇ ਬੈਠਣ ਲਈ ਢੁਕਵਾਂ ਹੋਵੇ। ਰਾਮੋ ਨੇ 4 ਪਲੰਗ ਬਣਾਏ, ਪਰ ਕੋਈ ਵੀ ਗੁਰੂ ਅਮਰਦਾਸ ਜੀ ਨੂੰ ਪਸੰਦ ਨਹੀਂ ਆਇਆ। ਇਸ ਲਈ ਗੁਰੂ ਅਮਰਦਾਸ ਜੀ ਦੇ ਜਵਾਈ ਰਾਮੋ ਨੇ ਗੁਰੂ ਪ੍ਰੀਖਿਆ ਦੇਣ ਤੋਂ
ਇਨਕਾਰ ਕਰ ਦਿੱਤਾ। ਭਾਈ ਜੇਠਾ ਜੀ ਨੇ 7 ਪਲੰਗ ਬਣਾਏ, ਪਰ ਉਹ ਗੁਰੂ ਅਮਰਦਾਸ ਜੀ ਨੂੰ ਸੰਤੁਸ਼ਟ ਕਰਨ ਵਿੱਚ ਅਸਫਲ ਰਹੇ। ਪਰ ਰਾਮੋ ਵਾਂਗ ਹਾਰ ਮੰਨਣ ਦੀ ਬਜਾਏ ਉਹਨਾਂ ਨੇ ਆਪਣੇ ਆਪ ਨੂੰ ਨਿਮਰਤਾ ਨਾਲ ਗੁਰੂ ਅੱਗੇ ਸੌਂਪ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਮਾਲਕ ਲਈ ਯੋਗ ਪਲੰਗ ਬਣਾ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜਾਰੀ ਰੱਖਣਗੇ। ਇਸ ਤਰ੍ਹਾਂ ਭਾਈ ਜੇਠਾ ਜੀ ਨੂੰ ਅਗਲੇ ਸਿੱਖ ਗੁਰੂ ਵਜੋਂ ਚੁਣਿਆ ਗਿਆ ਅਤੇ ਗੁਰੂ ਰਾਮਦਾਸ ਨਾਮ ਵਜੋਂ ਜਾਣਿਆ ਜਾਣ ਲੱਗਾ। 1574 ਈਸਵੀ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਨੂੰ ਗੁਰੂ ਗੱਦੀ ਦੀ ਸੇਵਾ ਸੌਂਪੀ ਤੇ ਆਪ ਜੋਤੀ ਜੋਤ ਸਮਾ ਗਏ। ਗੁਰੂ ਰਾਮਦਾਸ ਜੀ 32 ਸਾਲ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਰਹੇ। ਗੁਰੂ ਰਾਮਦਾਸ ਸਾਹਿਬ ਨੇ 7 ਸਾਲ ਗੁਰੂ ਗੱਦੀ ਦੀ ਸੇਵਾ ਸੰਭਾਲੀ। ਇੰਜ ਆਪ ਨੇ ਕੁੱਲ 39 ਸਾਲ ਸਿੱਖ ਪੰਥ ਦੀ ਸੇਵਾ ਕੀਤੀ। ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਵੱਡਾ ਕਦਮ ਇਹ ਸੀ ਕਿ ਉਹਨਾਂ ਨੇ ਗੁਰੂ ਦਾ ਚੱਕ ਨਗਰ ਨੂੰ ਕਾਇਮ ਕਰਨਾ ਸੀ। 1552 ਤੋਂ 53 ਵਿੱਚ ਜਦ ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਨਗਰ ਵਸਾਇਆ ਤਾਂ ਗੁਰੂ ਰਾਮਦਾਸ ਸਾਹਿਬ ਵੀ ਉਹਨਾਂ ਦੇ ਨਾਲ ਅੱਗੇ ਵੱਧ ਕੇ ਹੱਥ ਵੰਡਾਉਂਦੇ ਸਨ। ਇਸ ਕਰਕੇ ਉਹਨਾਂ ਨੂੰ ਇੱਕ ਨਵਾਂ ਨਗਰ ਵਸਾਉਣ ਦਾ ਬੜਾ ਤਜਰਬਾ ਸੀ, ਜਿਸ ਨੂੰ ਉਹਨਾਂ ਨੇ ਗੁਰੂ ਦਾ ਚੱਕ ਵਸਾਉਣ ਵਾਸਤੇ ਬਖੂਬੀ ਵਰਤਿਆ। ਕੁਝ ਸੋਮਿਆਂ ਮੁਤਾਬਿਕ ਗੁਰੂ ਦਾ ਚੱਕ ਵਸਾਉਣ ਦਾ ਫੈਸਲਾ ਗੁਰੂ ਰਾਮਦਾਸ ਅਤੇ ਗੁਰੂ ਅਮਰਦਾਸ ਸਾਹਿਬ ਦਾ ਸਾਂਝਾ ਸੀ। ਇਸ ਸੋਮੇ ਮੁਤਾਬਿਕ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਇਹ ਨਗਰ ਵਸਾਉਣ ਵਾਸਤੇ ਆਪ ਭੇਜਿਆ ਸੀ। ਇਸ ਨਗਰ ਵਾਸਤੇ ਗੁਰੂ ਰਾਮਦਾਸ ਸਾਹਿਬ ਨੇ 1564 ਵਿੱਚ ਤੁੰਗ, ਸੁਲਤਾਨਵਿੰਡੀ ਤੇ ਗੁਮਟਾਲੀ ਪਿੰਡ ਦੀ ਜ਼ਮੀਨ 700 ਅਕਬਰੀ ਰੁਪਏ ਦੇ ਕੇ ਖਰੀਦੀ ਅਤੇ ਸਭ ਤੋਂ ਪਹਿਲਾਂ ਸੰਤੋਖਸਰ ਸਰੋਵਰ ਦੀ ਪੁਟਾਈ ਸ਼ੁਰੂ ਕੀਤੀ। ਪਰ ਇਸ ਦੀ ਪੁਟਾਈ ਅਜੇ ਪੂਰੀ ਤਰ੍ਹਾਂ ਨਹੀਂ ਹੋਈ ਸੀ ਕਿ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਵਾਪਿਸ ਗੋਇੰਦਵਾਲ ਬੁਲਾ ਲਿਆ, ਕਿਉਂਕਿ ਗੁਰੂ ਦਰਬਾਰ ਅਤੇ ਨਗਰ ਦਾ ਇੰਤਜ਼ਾਮ ਉਹਨਾਂ ਕੋਲੋਂ ਇਕੱਲਿਆਂ ਨਹੀਂ ਸੀ ਹੋ ਰਿਹਾ। ਇਸ ਕਰਕੇ 1564 ਵਿੱਚ ਗੁਰੂ ਦਾ ਚੱਕ ਨਗਰ ਦੀ ਉਸਾਰੀ ਅੱਧ ਵਿਚਕਾਰ ਹੀ ਰੁਕ ਗਈ ਅਤੇ ਅਗਲੇ 10 ਸਾਲ ਤੱਕ ਇਹ ਨਗਰ ਵਸ ਨਾ ਸਕਿਆ। 1574 ਵਿੱਚ ਗੁਰੂ ਅਮਰਦਾਸ ਸਾਹਿਬ ਜੋਤੀ ਜੋਤ ਸਮਾ ਗਏ ਤੇ ਗੁਰੂ ਰਾਮਦਾਸ ਜੀ ਨੇ ਚੌਥੇ ਗੁਰੂ ਬਣ ਕੇ ਗੁਰਤਾ ਗੱਦੀ ਸੰਭਾਲੀ। ਗੁਰੂ ਅਮਰਦਾਸ ਜੀ ਦੇ ਦੋਨੋਂ ਪੁੱਤਰਾਂ ਮੋਹਨ ਅਤੇ ਮੋਰੀ ਨੂੰ ਗੋਇੰਦਵਾਲ ਦੀ ਜਾਇਦਾਦ ਸੰਭਾਲ ਕੇ ਗੁਰੂ ਰਾਮਦਾਸ ਸਾਹਿਬ ਗੁਰੂ ਦਾ ਚੱਕ ਆ ਗਏ ਅਤੇ ਇੱਥੇ ਅਜੋਕੇ ਗੁਰਦੁਆਰਾ ਗੁਰੂ ਦੇ ਮਹਿਲ ਵਾਲੀ ਥਾਂ 'ਤੇ ਘਰ ਬਣਾ ਕੇ ਰਹਿਣ ਲੱਗ ਪਏ। ਹਾਲਾਂਕਿ 10 ਸਾਲ ਪਹਿਲਾਂ ਉਹਨਾਂ ਨੇ ਸੰਤੋਖਸਰ ਸਰੋਵਰ ਦੀ ਪੁਟਾਈ ਸ਼ੁਰੂ ਕੀਤੀ ਸੀ, ਪਰ ਕੁਝ ਕਾਰਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਪਹਿਲਾਂ ਅੰਮ੍ਰਿਤਸਰ ਸਰੋਵਰ ਦੀ ਪੁਟਾਈ ਸ਼ੁਰੂ ਕਰ ਦਿੱਤੀ। 3 ਸਾਲ ਵਿੱਚ ਇਹ ਸਰੋਵਰ ਤਿਆਰ ਹੋ ਗਿਆ। ਕਿਸੇ ਵੀ ਨਵੇਂ ਨਗਰ ਦੀ ਸਭ ਤੋਂ ਪਹਿਲੀ ਜ਼ਰੂਰਤ ਪਾਣੀ ਦੀ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਪਹਿਲਾਂ ਅੰਮ੍ਰਿਤਸਰ ਤੇ ਫਿਰ 1578 ਵਿੱਚ ਸੰਤੋਖਸਰ ਸਰੋਵਰ ਵੀ ਤਿਆਰ ਕਰਵਾ ਲਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਕਈ ਧਰਮਸ਼ਾਲਾ, ਅਜੋਕੀ ਬੋਲੀ ਵਿੱਚ ਸਰਾਵਾਂ ਵੀ ਉਸਾਰੀਆਂ ਗਈਆਂ। ਗੁਰੂ ਰਾਮਦਾਸ ਜੀ ਨੇ ਭਾਰਤ ਦੇ ਹੋਰ ਹਿੱਸਿਆਂ ਤੋਂ ਵਪਾਰੀਆਂ ਅਤੇ ਕਾਰੀਗਰਾਂ ਨੂੰ ਆਪਣੇ ਨਾਲ ਨਵੇਂ ਸ਼ਹਿਰ ਵਿੱਚ ਵਸਣ ਲਈ ਸੱਦਾ ਦਿੱਤਾ। ਗੁਰੂ ਸਾਹਿਬ ਨੇ ਸਾਰੇ ਪਾਸਿਓਂ ਸਿੱਖਾਂ ਨੂੰ ਸੱਦੇ ਭੇਜੇ ਕਿ ਨਵੇਂ ਨਗਰ ਵਿੱਚ ਵਸਣ ਵਾਸਤੇ ਆਉਣ।
ਗੁਰੂ ਸਾਹਿਬ ਨੇ ਪੂਰੀ ਪਲਾਨਿੰਗ ਨਾਲ ਹਰ ਕਿੱਤੇ ਦੇ ਸਿੱਖ ਉਸ ਨਗਰ ਵਿੱਚ ਵਸਾਏ ਤਾਂ ਜੋ ਇਹ ਆਪਣੇ ਆਪ ਇੱਕ ਮੁਕੰਮਲ ਨਗਰ ਬਣ ਜਾਵੇ। ਹੁਣ ਨਗਰ ਵਿੱਚ ਧਾਰਮਿਕ ਕਾਰਵਾਈਆਂ ਵਾਸਤੇ ਇੱਕ ਗੁਰਦੁਆਰਾ, ਯਾਤਰੂਆਂ ਅਤੇ ਮੁਕਾਮੀ ਲੋਕਾਂ ਦੇ ਨਹਾਉਣ ਦਾ ਮਸਲਾ ਹੱਲ ਕਰਨ ਵਾਸਤੇ 2 ਸਰੋਵਰ, ਪੀਣ ਦਾ ਪਾਣੀ ਮੁਹੱਈਆ ਕਰਨ ਵਾਸਤੇ ਦਰਜਨਾਂ ਖੂਹ, ਯਾਤਰੂਆਂ ਵਾਸਤੇ ਬਹੁਤ ਸਾਰੀਆਂ ਧਰਮਸ਼ਾਲਾ ਯਾਨੀ ਕਿ ਸਰਾਵਾਂ, ਹਰ ਤਰ੍ਹਾਂ ਦਾ ਸਮਾਨ ਖਰੀਦਣ ਵਾਸਤੇ ਦੁਕਾਨਾਂ ਅਤੇ ਹਰ ਹੁਨਰ ਦੇ ਕਾਰੀਗਰ ਇਸ ਨਗਰ ਵਿੱਚ ਮੌਜੂਦ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਉਸ ਜ਼ਮਾਨੇ ਵਿੱਚ ਇੱਕ ਨਗਰ ਵਸਾਉਣ ਵਿੱਚ ਕਿੰਨੇ ਪ੍ਰਫੁੱਲ ਸਨ। ਜਦ ਉਹਨਾਂ ਨੇ ਗੁਰੂ ਦਾ ਚੱਕ ਵਸਾਇਆ ਤਾਂ ਗੁਰੂ ਅਰਜਨ ਸਾਹਿਬ ਵੀ ਉਹਨਾਂ ਨਾਲ ਹੱਥ ਵੰਡਾਇਆ ਕਰਦੇ ਸਨ ਅਤੇ ਇਸ ਤਜਰਬੇ ਨੂੰ ਉਹਨਾਂ ਨੇ ਹੋਰ ਨਗਰ ਵਸਾਉਣ ਵੇਲੇ ਬਾਖੂਬੀ ਵਰਤਿਆ। ਜਿੱਥੇ ਗੁਰੂ ਅਮਰਦਾਸ ਸਾਹਿਬ ਨੇ ਸਿੱਖ ਮਿਸ਼ਨ ਨੂੰ 22 ਮੰਜੀਆਂ ਅਤੇ 52 ਪੀੜ੍ਹੇ ਬਣਾ ਕੇ ਧਰਮ ਪ੍ਰਚਾਰ ਦਾ ਕੰਮ ਜਥੇਬੰਦਕ ਤਰੀਕੇ ਨਾਲ ਚਲਾਇਆ, ਉੱਥੇ ਗੁਰੂ ਰਾਮਦਾਸ ਜੀ ਨੇ ਇਸ ਤੋਂ ਅਗਲੇਰਾ ਕਦਮ ਪੁੱਟਿਆ। ਉਹਨਾਂ ਨੇ ਇਹਨਾਂ ਮੰਜੀਆਂ ਅਤੇ ਪੀੜ੍ਹੀਆਂ ਵਾਲੇ ਸੈਂਟਰਾਂ ਵਿੱਚ ਇੱਕ ਪੱਕਾ ਨੁਮਾਇੰਦਾ ਨਾਮਜ਼ਦ ਕਰ ਦਿੱਤਾ। ਉਹਨਾਂ ਇਹਨਾਂ ਨੁਮਾਇੰਦਿਆਂ ਨੂੰ ਮਸੰਦ ਦਾ ਨਾਂ ਦਿੱਤਾ। ਇਹਨਾਂ ਮਸੰਦਾਂ ਦਾ ਕੰਮ ਸਿੱਖ ਸੰਗਤਾਂ ਵਿੱਚ ਧਰਮ ਪ੍ਰਚਾਰ ਕਰਨਾ, ਗੁਰੂ ਸਾਹਿਬ ਅਤੇ ਸਿੱਖਾਂ ਵਿੱਚ ਰਾਬਤਾ ਬਣਾਉਣਾ, ਸਿੱਖਾਂ ਦਾ ਆਪਸੀ ਤਾਲਮੇਲ ਕਰਵਾਉਣਾ, ਸਿੱਖਾਂ ਦਾ ਦਸਵੰਧ ਅਤੇ ਹੋਰ ਭੇਟਾ ਗੁਰੂ ਸਾਹਿਬ ਤੱਕ ਪਹੁੰਚਾਉਣਾ ਅਤੇ ਹੋਰ ਪੰਥਕ ਕਾਰਵਾਈਆਂ ਕਰਨਾ। ਮਸੰਦ ਦਾ ਲਫ਼ਜ਼ੀ ਮਤਲਬ ਹੈ ਕਿ ਜੋ ਗੱਦੀ 'ਤੇ ਬੈਠਦਾ ਹੈ, ਪਰ ਸਿੱਖ ਧਰਮ ਵਿੱਚ ਇਹ ਉਹ ਨੁਮਾਇੰਦਾ ਹੈ ਜੋ ਪ੍ਰਬੰਧ ਕਰਦਾ ਹੈ। ਇਹ ਮਸੰਦ ਦਰਅਸਲ ਉਹ ਸਨ ਜਿਹੜੇ ਆਪਣੀ ਇਮਾਨਦਾਰੀ, ਸੇਵਾ ਅਤੇ ਸਿੱਖੀ ਦੇ ਗਿਆਨ ਕਾਰਨ ਜਾਣੇ ਜਾਂਦੇ ਸਨ। ਮਸੰਦ ਜਮਾਤ ਦੇ ਕਾਇਮ ਹੋਣ ਨਾਲ ਗੁਰੂ ਦਾ ਚੱਕ ਇੱਕ ਨਗਰ ਹੀ ਨਹੀਂ ਬਲਕਿ ਇੱਕ ਕੌਮ ਦਾ ਹੈੱਡਕੁਆਰਟਰ ਵੀ ਬਣ ਗਿਆ। ਗੁਰੂ ਰਾਮਦਾਸ ਸਾਹਿਬ ਜੀ ਵੇਲੇ ਭੱਟ ਕਵੀ ਸਿੱਖ ਦਰਬਾਰ ਦਾ ਪੂਰਾ ਹਿੱਸਾ ਬਣ ਚੁੱਕੇ ਸਨ। ਭੱਟਾਂ ਤੋਂ ਇਲਾਵਾ ਉਸ ਵੇਲੇ ਸੱਤਾ ਅਤੇ ਬਲਵੰਡ ਵਰਗੇ ਢਾਡੀ ਵੀ ਗੁਰੂ ਦਰਬਾਰ ਵਿੱਚ ਸੇਵਾ ਨਿਭਾਇਆ ਕਰਦੇ ਸਨ। ਗੁਰੂ ਸਾਹਿਬ ਨੇ ਹੋਰ ਵਿਦਵਾਨਾਂ ਨੂੰ ਵੀ ਗੁਰੂ ਦਰਬਾਰ ਦੀ ਸੇਵਾ ਸੌਂਪੀ ਸੀ। ਇਸ ਨਾਲ ਸਿੱਖਾਂ ਵਿੱਚ ਰੂਹਾਨੀਅਤ ਅਤੇ ਸੇਵਾ ਕੌਮੀ ਸੋਚ ਦਾ ਹਿੱਸਾ ਬਣਨਾ ਸ਼ੁਰੂ ਹੋ ਗਿਆ। ਗੁਰੂ ਰਾਮਦਾਸ ਸਾਹਿਬ ਇੱਕ ਮਹਾਨ ਬਾਣੀ ਰਚਨਹਾਰੇ ਵੀ ਸਨ। ਆਪ ਨੇ 30 ਰਾਗਾਂ ਵਿੱਚ ਬਾਣੀ ਲਿਖੀ। ਆਪ ਦੀ ਬਾਣੀ ਵਿੱਚ 638 ਸ਼ਬਦ, 8 ਵਾਰਾਂ, 246 ਪਦੇ, 31 ਅਸ਼ਟਪਦੀਆਂ ਅਤੇ 138 ਸ਼ਲੋਕ ਸ਼ਾਮਲ ਹਨ। ਇਸ ਬਾਣੀ ਵਿੱਚ ਸਿੱਖ ਆਨੰਦ ਕਾਰਜ ਵੇਲੇ ਪੜ੍ਹੀ ਜਾਣ ਵਾਲੀ ਬਾਣੀ ਲਾਵਾਂ ਅਤੇ ਵੰਡ ਹੰਸਰਾਗ ਵਿੱਚ ਧਾਰਮਿਕ ਘੋੜੀਆਂ ਅਤੇ ਛੰਦ ਵੀ ਸ਼ਾਮਲ ਹਨ। ਭਾਵੇਂ ਗੁਰੂ ਸਾਹਿਬ ਨੇ ਇਹ ਬਾਣੀਆਂ ਸਿਰਫ ਆਨੰਦ ਕਾਰਜ ਜਾਂ ਵਿਆਹ ਦੀਆਂ ਰਸਮ ਵਾਸਤੇ ਨਹੀਂ ਲਿਖੀਆਂ ਸਨ, ਪਰ ਇਹਨਾਂ ਵਿੱਚੋਂ ਇੱਕ ਸਿੱਖ ਵਿਆਹ ਨੂੰ ਰੂਹਾਨੀਅਤ ਦੀ ਨਜ਼ਰ ਨਾਲ ਵੇਖਣ ਦਾ ਸਬਕ ਜ਼ਰੂਰ ਮਿਲਦਾ ਹੈ। ਗੁਰੂ ਰਾਮਦਾਸ ਜੀ ਦੇ 3 ਪੁੱਤਰਾਂ ਦੀਆਂ ਵਿਲੱਖਣ ਭੂਮਿਕਾਵਾਂ ਅਤੇ ਸ਼ਖਸੀਅਤਾਂ ਦੇ ਗੁਣ ਅਲੱਗ-ਅਲੱਗ ਸਨ। ਪ੍ਰਿਥੀ ਚੰਦ ਲੰਗਰ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ, ਰਿਕਾਰਡ ਰੱਖਣ ਅਤੇ ਸੈਲਾਨੀਆਂ ਲਈ ਉਚਿਤ ਰਿਹਾਇਸ਼ ਦੀ ਨਿਗਰਾਨੀ ਕਰਦਾ ਸੀ। ਮਹਾਦੇਵ, ਜੋ ਕਿ ਇੱਕ ਡੂੰਘਾ ਅਧਿਆਤਮਿਕ ਵਿਅਕਤੀ ਸੀ, ਜਿਸ ਨੂੰ ਦੁਨਿਆਵੀ ਮਾਮਲਿਆਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਅਤੇ ਉਹ ਆਪਣੇ ਆਪ ਵਿੱਚ ਰਹਿਣਾ ਪਸੰਦ ਕਰਦਾ ਸੀ। ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਬਹੁਤ ਹੀ ਡੂੰਘੀ ਅਤੇ ਪਵਿੱਤਰ ਸੋਚ ਦੇ ਮਾਲਿਕ ਸਨ।
ਉਹ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਅਧਿਆਤਮਿਕ ਗੁਰੂ ਅਤੇ ਨਕਲ ਕਰਨ ਲਈ ਪ੍ਰੇਰਨਾ ਸਰੋਤ ਵਜੋਂ ਵੇਖਦੇ ਸਨ। ਗੁਰੂ ਰਾਮਦਾਸ ਜੀ ਦਾ ਇੱਕ ਚਚੇਰਾ ਭਰਾ ਸ੍ਰੀ ਮੱਲ ਸੀ, ਜੋ ਲਾਹੌਰ ਤੋਂ ਗੁਰੂ ਜੀ ਨੂੰ ਮਿਲਣ ਲਈ ਆਇਆ ਅਤੇ ਉਹਨਾਂ ਨੂੰ ਆਪਣੇ ਪੁੱਤਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਗੁਰੂ ਰਾਮਦਾਸ ਜੀ ਰੁੱਝੇ ਹੋਣ ਦੇ ਕਾਰਨ ਵਿਆਹ ਵਿੱਚ ਸ਼ਾਮਿਲ ਹੋਣ ਤੋਂ ਅਸਮਰਥ ਸਨ ਅਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਨੁਮਾਇੰਦਗੀ ਕਰਨ ਲਈ ਆਪਣੀ ਤਰਫੋਂ ਜਾਣ। ਪ੍ਰਿਥੀ ਚੰਦ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦਾ ਮੰਨਣਾ ਸੀ ਕਿ ਗੁਰੂ ਤੋਂ ਵੱਖ ਹੋਣ ਨਾਲ ਉਸ ਦੇ ਉੱਤਰਾਧਿਕਾਰੀ ਵਜੋਂ ਚੁਣੇ ਜਾਣ ਦੀ ਸੰਭਾਵਨਾ ਘਟ ਜਾਵੇਗੀ। ਹਾਲਾਂਕਿ ਪ੍ਰਿਥੀ ਚੰਦ ਨੇ ਬਹਾਨਾ ਬਣਾਇਆ ਕਿ ਉਹ ਲੰਗਰ ਦੇ ਸੰਚਾਲਨ, ਫੰਡ ਪ੍ਰਾਪਤੀ ਅਤੇ ਹੋਰ ਜ਼ਿੰਮੇਵਾਰੀਆਂ ਨਾਲ ਬਹੁਤ ਰੁੱਝਿਆ ਹੋਇਆ ਸੀ ਅਤੇ ਚਿੰਤਿਤ ਵੀ ਸੀ। ਮਹਾਦੇਵ ਨੂੰ ਵਿਆਹ ਸਮਾਗਮਾਂ ਵਰਗੇ ਦੁਨਿਆਵੀ ਮੌਕਿਆਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਅਤੇ ਜਾਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਆਪਣੇ ਪਿਤਾ ਦੀ ਨੁਮਾਇੰਦਗੀ ਕਰਨ ਦੀ ਬੇਨਤੀ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ। ਗੁਰੂ ਅਰਜਨ ਦੇਵ ਜੀ ਕੁਝ ਦਿਨਾਂ ਲਈ ਲਾਹੌਰ ਵਿੱਚ ਹੀ ਰਹੇ। ਉਹਨਾਂ ਦੇ ਪਿਤਾ ਵੱਲੋਂ ਉਹਨਾਂ ਦੀ ਵਾਪਸੀ ਦੀ ਪ੍ਰਵਾਨਗੀ ਦੇਣ ਵਾਲੇ ਸੰਦੇਸ਼ ਦੀ ਉਡੀਕ ਵਿੱਚ ਪਰ ਸੁਨੇਹਾ ਨਹੀਂ ਆਇਆ। ਗੁਰੂ ਅਰਜਨ ਦੇਵ ਜੀ ਨੇ ਲਗਭਗ 1 ਮਹੀਨਾ ਇੰਤਜ਼ਾਰ ਕੀਤਾ ਅਤੇ ਫਿਰ ਵੀ ਉਹਨਾਂ ਦੇ ਪਿਤਾ ਜੀ ਵੱਲੋਂ ਕੋਈ ਸੰਦੇਸ਼ ਨਹੀਂ ਮਿਲਿਆ। ਆਖਿਰਕਾਰ ਗੁਰੂ ਅਰਜਨ ਦੇਵ ਜੀ ਨੇ ਸਥਿਤੀ ਬਾਰੇ ਪੁੱਛਣ ਲਈ ਆਪਣੇ ਪਿਤਾ ਜੀ ਨੂੰ ਕਾਵਿ ਰੂਪ ਵਿੱਚ 2 ਪੱਤਰ ਲਿਖੇ, ਪਰ ਫਿਰ ਵੀ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਫਿਰ ਗੁਰੂ ਅਰਜਨ ਦੇਵ ਜੀ ਨੇ ਇੱਕ ਤੀਸਰਾ ਪੱਤਰ ਭੇਜਿਆ, ਪਰ ਖਾਸ ਤੌਰ 'ਤੇ ਚਿੱਠੀ ਲੈ ਕੇ ਜਾਣ ਵਾਲੇ ਨੂੰ ਹੁਕਮ ਦਿੱਤਾ ਕਿ ਉਹ ਚਿੱਠੀ ਖੁਦ ਗੁਰੂ ਰਾਮਦਾਸ ਜੀ ਨੂੰ ਸੌਂਪੇ ਅਤੇ ਇਸ ਨੂੰ ਕਿਸੇ ਹੋਰ ਦੇ ਹੱਥਾਂ ਵਿੱਚ ਨਾ ਜਾਣ ਦੇਵੇ। ਇਹ ਤੀਜੇ ਪੱਤਰ ਦਾ ਗੁਰੂ ਜੀ ਨੂੰ ਸਫਲਤਾਪੂਰਵਕ ਪ੍ਰਾਪਤ ਹੋਈ ਅਤੇ ਪਤਾ ਲੱਗਾ ਕਿ ਇਹ ਪ੍ਰਿਥੀ ਚੰਦ ਹੀ ਸੀ ਜੋ ਪੱਤਰਾਂ ਨੂੰ ਚੋਰੀ ਕਰਦਾ ਰਿਹਾ ਤਾਂ ਜੋ ਗੁਰੂ ਅਰਜਨ ਦੇਵ ਜੀ ਵਾਪਸ ਨਾ ਆ ਸਕਣ। ਗੁਰੂ ਰਾਮਦਾਸ ਜੀ ਪਹਿਲਾਂ ਵਾਲੇ ਭੇਜੇ 2 ਪੱਤਰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ, ਜੋ ਪ੍ਰਿਥੀ ਚੰਦ ਦੁਆਰਾ ਲੁਕਾਏ ਜਾਣ ਕਾਰਨ ਉਹਨਾਂ ਤੱਕ ਨਹੀਂ ਪਹੁੰਚੇ ਸਨ। ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਦੁਆਰਾ ਛੰਦ ਵਿੱਚ ਲਿਖੇ 3 ਅੱਖਰਾਂ ਨੂੰ ਬਹੁਤ ਪਸੰਦ ਕੀਤਾ ਅਤੇ ਆਪਣੇ ਹੋਰ ਪੁੱਤਰਾਂ ਨੂੰ ਵੀ ਉਹਨਾਂ ਵਾਂਗ ਕਾਵਿਕ ਪੱਤਰ ਲਿਖਣ ਦੀ ਬੇਨਤੀ ਕੀਤੀ। ਹਾਲਾਂਕਿ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਨਾਲ ਦੁਬਾਰਾ ਮਿਲ ਕੇ ਬਹੁਤ ਖੁਸ਼ ਸੀ ਅਤੇ ਉਹਨਾਂ ਨੇ ਕਵਿਤਾ ਵਿੱਚ ਇੱਕ ਹੋਰ ਅਤੇ ਚੌਥਾ ਅੱਖਰ ਲਿਖਣ ਦਾ ਫੈਸਲਾ ਕੀਤਾ, ਜਿਸ ਨੇ ਉਹਨਾਂ ਦੇ ਪਿਤਾ ਦਾ ਦਿਲ ਜਿੱਤ ਲਿਆ ਅਤੇ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਯੋਗ ਉੱਤਰਾਧਿਕਾਰੀ ਚੁਣਨ ਦਾ ਫੈਸਲਾ ਕੀਤਾ। ਗੁਰੂ ਰਾਮਦਾਸ ਜੀ 1 ਸਤੰਬਰ 1581 ਈਸਵੀ ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਉਹਨਾਂ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ। ਗੁਰੂ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਆਪਣੇ ਪਿਤਾ ਦੇ ਦਮਨ ਦਾ ਸਖਤ ਵਿਰੋਧ ਕੀਤਾ। ਦੂਜੇ ਪੁੱਤਰ ਮਹਾਦੇਵ ਨੇ ਆਪਣਾ ਦਾਅਵਾ ਨਹੀਂ ਦਬਾਇਆ। ਪ੍ਰਿਥੀ ਚੰਦ ਨੇ ਆਪਣੇ ਪਿਤਾ ਲਈ ਅਪਮਾਨਜਨਕ ਭਾਸ਼ਾ ਵਰਤੀ ਅਤੇ ਫਿਰ ਬਾਬਾ ਬੁੱਢਾ ਜੀ ਨੂੰ ਸੂਚਿਤ ਕੀਤਾ ਕਿ
ਉਹਨਾਂ ਦੇ ਪਿਤਾ ਨੇ ਗਲਤ ਕੰਮ ਕੀਤਾ ਹੈ। ਗੁਰੂ ਗੱਦੀ ਉਸ ਦਾ ਆਪਣਾ ਅਧਿਕਾਰ ਸੀ। ਉਸਨੇ ਸਹੁੰ ਖਾਧੀ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਹਟਾ ਦੇਵੇਗਾ ਅਤੇ ਆਪਣੇ ਆਪ ਨੂੰ ਗੁਰੂ ਬਣਾ ਲਵੇਗਾ। ਬਾਅਦ ਵਿੱਚ ਪ੍ਰੀਤੀ ਚੰਦ ਨੇ ਇੱਕ ਵਿਰੋਧੀ ਧੜਾ ਬਣਾਇਆ, ਜਿਸ ਨੂੰ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸਿੱਖਾਂ ਨੇ ਬਦਮਾਸ਼ ਕਿਹਾ। ਗੁਰੂ ਰਾਮਦਾਸ ਜੀ ਨਾਲ ਸੰਬੰਧਿਤ ਕੁਝ ਮਨਘੜਤ ਕਹਾਣੀਆਂ। ਇਹ ਸਾਖੀ ਕਿ ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਗੱਦੀ ਬੀਬੀ ਭਾਨੀ ਵੱਲੋਂ ਵਰ ਮੰਗਣ ਕਰਕੇ ਮਿਲੀ ਸੀ, ਸਿੱਖੀ ਅਸੂਲਾਂ ਦੇ ਉਲਟ ਹੈ, ਕਿਉਂਕਿ ਗੁਰੂ ਗੱਦੀ ਸਿਰਫ ਖੂਬੀਆਂ ਜਿਵੇਂ ਫਲਸਫੇ ਦੀ ਸੂਝ, ਸੇਵਾ, ਜਥੇਬੰਦਕ ਖੂਬੀਆਂ, ਅਗਵਾਈ ਕਰਨ ਦੀ ਕਾਬਲੀਅਤ ਕਰਕੇ ਹੀ ਦਿੱਤੀ ਜਾਂਦੀ ਸੀ। ਇਹ ਵੀ ਇੱਕ ਮਨਘੜਤ ਕਹਾਣੀ ਹੈ ਕਿ ਸਰੋਵਰ ਇੱਕ ਅਜਿਹੇ ਛੱਪੜ 'ਤੇ ਬਣਾਇਆ ਗਿਆ ਜਿੱਥੇ ਕਾਂ ਡੁਬਕੀ ਲਾ ਕੇ ਹੰਸ ਬਣ ਜਾਂਦੇ ਸਨ। ਸੰਤੋਖਸਰ ਸਰੋਵਰ ਦੀ ਪੁਟਾਈ ਵੇਲੇ ਇੱਥੇ ਇੱਕ ਜੋਗੀ ਨਿਕਲਿਆ ਜੋ ਸਮਾਧੀ ਵਿੱਚ ਲੀਨ ਸੀ। ਇਹ ਗੱਪ ਵੀ ਯਕੀਨੀ ਕਿਸੇ ਪਖੰਡੀ ਲੇਖਕ ਨੇ ਇਹ ਸੋਚ ਕੇ ਘੜਿਆ ਹੋਵੇਗਾ ਕਿ ਇਸ ਨੂੰ ਕਿਸੇ ਪ੍ਰਾਚੀਨ ਹਿੰਦੂ ਮੰਦਿਰ ਜਾਂ ਮਿਥਿਹਾਸ ਨਾਲ ਜੋੜ ਕੇ ਇਸ 'ਤੇ ਹਿੰਦੂਆਂ ਦਾ ਹੱਕ ਬਣਾ ਦਿੱਤਾ ਜਾਵੇ। ਗੁਰੂ ਰਾਮਦਾਸ ਸਾਹਿਬ ਜੀ ਦਾ ਸ਼੍ਰੀ ਚੰਦ ਨੂੰ ਇਹ ਕਹਿਣਾ ਕਿ ਇਹ ਦਾੜੀ ਤੁਹਾਡੇ ਚਰਨ ਝਾੜਨ ਵਾਸਤੇ ਹੈ। ਇਹ ਕਹਾਣੀ ਕਿਸੇ ਗੁਰੂ ਸਾਹਿਬ ਦੇ ਵਿਧੀ ਵਾਰਿਸ ਨੇ ਆਪਣੇ ਖਾਨਦਾਨ ਦੀ ਪੂਜਾ ਕਰਵਾਉਣ ਵਾਸਤੇ ਘੜੀ ਹੋਵੇਗੀ। ਇਹ ਸ਼ਾਇਦ ਮਿਹਰਬਾਨ ਦਾ ਕੰਮ ਹੋ ਸਕਦਾ ਹੈ। ਉਂਝ ਇਹ ਦਾੜੀ ਦੀ ਬੇਅਦਬੀ ਵੀ ਹੈ। ਗੁਰੂ ਅਰਜਨ ਦੇਵ ਜੀ ਨੇ ਲਾਹੌਰ ਤੋਂ 4 ਚਿੱਠੀਆਂ ਲਿਖੀਆਂ, ਮੇਰਾ ਮਨ ਲੋਚੇ ਵਾਲੇ ਸ਼ਬਦਾਂ ਵਾਲੀਆਂ, ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਨੂੰ ਗੁਰੂ ਗੱਦੀ ਦੇ ਦਿੱਤੀ ਗਈ। ਹੋਰ ਵਿਦਵਾਨ ਇਹ ਵੀ ਸਾਬਿਤ ਕਰਦੇ ਹਨ ਕਿ ਇਹ ਸ਼ਬਦ ਗੁਰੂ ਗੱਦੀ ਮਿਲਣ ਤੋਂ ਪਹਿਲਾਂ ਨਹੀਂ ਸਨ ਲਿਖੇ ਜਾ ਸਕਦੇ, ਕਿਉਂਕਿ ਇਹਨਾਂ ਵਿੱਚ ਨਾਨਕ ਛਾਪ ਹੈ। ਇਹ ਕਹਾਣੀ ਵੀ ਗੁਰੂ ਗੱਦੀ ਨੂੰ ਬਿਨਾਂ ਖੂਬੀਆਂ ਵੇਖੇ ਦੇਣ ਦਾ ਨੁਕਤਾ ਪ੍ਰਚਾਰਨ ਵਾਸਤੇ ਘੜੀ ਜਾਪਦੀ ਹੈ। ਸੋ ਇਹ ਸੀ ਗੁਰੂ ਰਾਮਦਾਸ ਜੀ ਦਾ ਇਤਿਹਾਸ। ਜੇਕਰ ਗੁਰੂ ਰਾਮਦਾਸ ਜੀ ਦਾ ਇਤਿਹਾਸ ਦੱਸਦੇ ਸਮੇਂ ਮੇਰੇ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਨਿਮਾਣਾ ਜਿਹਾ ਦਾਸ ਸਮਝ ਕੇ ਮਾफ़ ਕਰਨਾ। ਮੇਰੇ ਵੱਲੋਂ ਦਿੱਤੀ ਗਈ ਗੁਰੂ ਰਾਮਦਾਸ ਜੀ ਦੇ ਇਤਿਹਾਸ ਦੀ ਜਾਣਕਾਰੀ ਆਪ ਜੀ ਨੂੰ ਕਿਵੇਂ ਲੱਗੀ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਅਤੇ ਘੰਟੀ ਦਾ ਬਟਨ ਵੀ ਜ਼ਰੂਰ ਦਬਾਉਣਾ, ਤਾਂ ਜੋ ਆਉਣ ਵਾਲੀ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।